ਵਾਹਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤਨ ਹਨ ਜੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼। ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਚੈ। ਤੇ ਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ। ਕਰਮ ਨਾਮ ਵਰਣਤ ਸੁਮਤ ਤਵੈ ਸਰਬ ਨਾਮ ਕਥੈ ਕਵਨ। ਕਰਮ ਨਾਮ ਵਰਣਤ ਸੁਮਤ। ਅੰਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਅੰਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਮਦ ਲੋਭ ਮੋਹ ਵਸ ਕਰੈ ਸਬੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕੋਹ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਤਖਤ ਰਾਜਾ ਸੋਭੈ ਜੇ ਤਖਤੈ ਲਾਇਕ ਹੋਈ। ਜਿਨੇ ਸੱਚ ਪਛਾਣਿਆ ਸਚ ਰਾਜੇ ਸੇ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭੁਲੇ। ਸੁਤ ਦਾਰਾ ਸਿਉ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ। ਤੇ ਮਿਲੰਤ ਜਮ ਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ ਗੁਰ
रामदास राखो सरनाई। सकहा टल गुर सेविया अहनिस सहज दर्शन परसिया गुरु कै जन्म मरण सिफत खसंबदी नूर अरसों कुरसों छटिया। तुद डिठे सच्चे पातशाह मल जन्म जन्म दी सजना सच्चा पातशाह सिर साहांद जिस पास बैठिया सोहिया सबना दा विसाहो। सजना सच्चा पातशाह सिर साहांद जिस पास बैठिया सोहिया सबना दा विसाहो। सतनाम श्री वाहिगुरु साहिब जी। सलोक महला तीजा। ए मन हर जी ध्याए तू एक मन एक चित पाए। हर किया सदा सदा वडियाइयां दे ना पछोताए। ए मन हर जी ध्याए तू एक मन एक चित पाए। हर किया सदा सदा वडियाइयां दे ना पछोताए। हों हर के सद बलिहारणै जित सेविया सुख पाए। नानक गुरमुख मिल रहा हो मैं शब्द जलाए। महला तीजा। आपे सेवा लायन आपे बख्श करे। सबना का माँ प्यो आप है आपे सार करे। नानक नाम ध्यान तिन निज कर वास है। जुग जुग शोभा होए। पौड़ी तू करन कारण समर्थ है करते। मैं तुझ बिन आवर ना कोई। तुद आपे शिष्ट सिरजिया आपे पुन गोई। सब इको शब्द वरतदा जो कर सो होई। वडियाई गुरमुख दे प्रभ हर पावै सोई।
ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਭਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਰਾਜਾ ਸੋ ਬਹਿ, ਜੇ ਤਖਤੈ ਲਾਇਕ ਹੋਈ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਿਆਈ ਦਿਵਸ ਹੈ। ਅਸੀਂ ਦੋ ਸ਼ਬਦ ਵਰਤਦੇ ਹਾਂ, ਇੱਕ ਗੁਰਤਾ ਗੱਦੀ, ਦੂਜਾ ਗੁਰਿਆਈ। ਦੋਵੇਂ ਸ਼ਬਦ ਇਤਿਹਾਸ ਵਿੱਚ ਆਉਂਦੇ ਹਨ। ਗੁਰਤਾ ਗੱਦੀ, ਗੁਰਿਆਈ ਦੀ ਗੱਦੀ ਤਖਤ। ਦੂਜਾ ਹੈ ਗੁਰਿਆਈ, ਗੁਰੂ ਦੀ ਜੋਤ ਹਿਰਦੇ ਵਿੱਚ ਆਈ। ਇਹ ਸ਼ਬਦ ਜ਼ਿਆਦਾ ਠੀਕ ਹੈ। ਗੱਦੀ ਨੂੰ ਦੁਨੀਆ ਗਲਤ ਸਮਝ ਸਕਦੀ ਹੈ ਵੀ ਇਹ ਗੱਦੀ ਲਾ ਕੇ ਬੈਠਾ ਹੈ ਜੀ। ਗੁਰਿਆਈ ਜੋਤ ਬਖਸ਼ਿਸ਼ ਨਾਲ ਆਈ, ਦਾਤ ਜੋਤ ਖਸਮੈ ਵਡਿਆਈ। ਇਹ ਰੱਬ ਦੀ ਦਾਤ ਹੈ, ਕਿਹਨੂੰ ਮਿਲਣੀ ਹੈ? ਬੰਦਾ ਹੱਥ ਪੈਰ ਮਾਰਦਾ ਹੈ, ਪਰ ਜਿਹੜੀ ਬਖਸ਼ਿਸ਼ ਹੈ ਨਾ, ਉਹ ਮਿਲਦੀ ਹੈ ਉਹਦੀ ਕਿਰਪਾ ਨਾਲ। ਦੇਖੋ, ਬਖਸ਼ਿਸ਼ ਵੀ ਤੇ ਕਿਰਪਾ ਇੱਕੋ ਸ਼ਬਦ ਹੈ ਨਾ, ਪਰ ਇੱਕੋ ਸ਼ਬਦ ਉਹ ਬਸ ਆਪ ਹੀ ਦੇਣ ਵਾਲਾ ਹੈ। ਐਸੇ ਗੁਰੂ ਅੰਗਦ ਦੇਵ ਮਹਾਰਾਜ, ਜੇ ਕਹਿ ਲੋ ਗੁਰੂ ਨਾਨਕ ਮਹਾਰਾਜ ਦੇ ਗੁਰੂ, ਇਹ ਸ਼ਬਦ ਅਸੀਂ ਵਰਤ ਰਹੇ ਹਾਂ, ਹੈ ਵੀ। ਗੁਰੂ ਨਾਨਕ ਮਹਾਰਾਜ ਦੇ ਗੁਰੂ ਕੌਣ ਹੋਏ? ਸ਼ਬਦ ਗੁਰੂ ਹੋਏ। ਉਹ ਸ਼ਬਦ ਗੁਰੂ ਕਿਸੇ ਅੱਗੇ ਝੁਕੇ ਨਹੀਂ। ਗੁਰੂ ਨਾਨਕ ਮਹਾਰਾਜ 69-70 ਸਾਲ ਕਿਸੇ ਅੱਗੇ ਨਹੀਂ ਝੁਕੇ। ਝੁਕੇ ਉਹਨਾਂ ਅੱਗੇ ਜਿਹੜੇ ਭਗਤੀ ਵਾਲੇ ਸਨ, ਭਾਵਨਾ ਵਾਲੇ ਸਨ। ਅਖੀਰ ਤੇ ਝੁਕ ਗਏ ਭਾਈ ਲਹਿਣਾ ਜੀ ਦੇ ਅੱਗੇ, ਆਪਣੇ ਸੇਵਕ ਦੇ ਅੱਗੇ ਝੁਕ ਗਏ ਗੁਰੂ ਨਾਨਕ ਮਹਾਰਾਜ। ਆਪ ਨਾਰਾਇਣ ਕਲਾ ਤਾਰ, ਜਗ ਮਹਿ ਪਰ ਵਰਿਓ, ਜੋਤ ਰੂਪ ਹਰਾਬ। ਐਸੇ ਗੁਰੂ ਨਾਨਕ ਮਹਾਰਾਜ। ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਦੌਰਾਨ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੋਵੇਂ ਨਾਲ ਰਹੇ ਮਹਾਰਾਜ ਜੀ। ਜਦੋਂ ਲਗਭਗ 21 ਸਾਲ ਉਦਾਸੀਆਂ ਕਰਕੇ, 21 ਸਾਲ ਦਾ ਦੌਰਾ ਰਿਹਾ ਪਾਤਸ਼ਾਹ ਉਦਾਸੀਆਂ ਦਾ, ਉਹ ਕਰਕੇ ਕਰਤਾਰਪੁਰ ਸਾਹਿਬ ਨਗਰ ਵਸਾਇਆ। ਭਾਈ ਕਰੋੜੀਆ ਗੁਰੂ का सिख सी। वो कहने लगा, महाराज ये मेरे तो सारी जमीन तुसी ले लो पातशाह।
ਇੱਥੇ ਕੋਈ ਨਗਰੀ ਵਸਾਓ, ਤੁਹਾਡੇ ਚਰਨ ਪੈਣਗੇ, ਇਲਾਕਾ ਪਵਿੱਤਰ ਹੋ ਜਾਵੇਗਾ। ਕਰਤਾਰਪੁਰ ਸਾਹਿਬ ਨਗਰੀ ਵਸਾਈ, ਉੱਥੇ ਮਹਾਰਾਜ ਜੀ ਨੇ ਬੈਠ ਕੇ ਬਾਣੀ ਉਚਾਰਨ ਕਰਦੇ ਰਹੇ। ਬਹੁਤੀ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ ਕਰਤਾਰਪੁਰ ਸਾਹਿਬ। ਉੱਥੇ ਬਾਣੀ ਦੇ ਉਤਾਰੇ ਹੁੰਦੇ ਰਹੇ, ਸੇਵਾ ਹੁੰਦੀ ਰਹੀ। ਤੇ ਉਸ ਵੇਲੇ ਆਸਾ ਦੀ ਵਾਰ ਦੀ ਕੇਵਲ ਪੌੜੀਆਂ ਸਨ। ਕਿਸੇ ਦੇ ਮਨ 'ਚ ਭੁਲੇਖਾ ਨਾ ਰਵੇ ਕਿ ਵਾਰ ਦਾ ਅਰਥ ਹੀ ਹੁੰਦਾ ਹੈ ਹਮਲਾ ਕਰਨਾ, ਅਟੈਕ ਕਰਨਾ। ਤੇ ਵਾਰ ਵਿੱਚ ਕੇਵਲ ਪੌੜੀਆਂ ਹੁੰਦੀਆਂ। ਉਹ 24 ਪੌੜੀਆਂ ਦੀ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਉਹਦਾ ਜਾਪ ਹਰ ਗੁਰਸਿੱਖ ਕਰਦਾ ਰਿਹਾ, ਕੀਰਤਨ ਹੁੰਦਾ ਰਿਹਾ। ਕਰਤਾਰਪੁਰ ਸਾਹਿਬ ਕੀਰਤਨ ਹੁੰਦਾ ਰਿਹਾ। ਤੇ ਜਦੋਂ ਭਾਈ ਜੋਧ ਗੁਰੂ का ਸਿੱਖ ਹੈ, ਇੱਕ ਬਹੁਤ ਕਰਨੀ ਵਾਲਾ ਸੰਤ ਮਹਾਤਮਾ, ਉਹਨੂੰ ਆਸਾ ਦੀ ਵਾਰ ਕੰਠ ਹੋ ਗਈ ਸੀ, ਪੌੜੀਆਂ। ਤੇ ਇੱਧਰ ਭਾਈ ਲਹਿਣਾ ਜੀ, ਜਿਨ੍ਹਾਂ ਦਾ ਪ੍ਰਕਾਸ਼ 1504 ਈਸਵੀ ਮੱਤੇ ਦੀ ਸਰਾਂ, ਨਾਗੇ ਦੀ ਸਰਾਂ ਵੀ ਜਿਹਨੂੰ ਕਹਿੰਦੇ, ਜਦੋਂ ਮੁਕਤਸਰ ਸਾਹਿਬ ਵੱਲ ਜਾਓ ਕੋਟਕਪੂਰੇ ਤੋਂ ਲਗਭਗ 5 ਕਿਲੋਮੀਟਰ ਉਰੇ ਹੀ ਖੱਬੇ ਹੱਥ ਗੇਟ ਹੈ, ਬੜਾ ਵੱਡਾ। ਗੇਟ ਦੇ ਉੱਤੇ ਲਿਖਿਆ ਹੋਇਆ ਹੈ ਵੀ ਇਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਅਸਥਾਨ ਹੈ। ਇਸ ਪਾਸੇ ਅੰਦਰ ਜਾਓ, ਥੋੜਾ ਜਿਹਾ ਅੱਗੇ ਜਾ ਕੇ ਸ਼ਾਇਦ ਅੱਧਾ ਕਿਲੋਮੀਟਰ पावन स्थान है, बड़ा सुंदर सरोवर है, रमणीक स्थान है, भगती वाला स्थान है। उन्होंने कहते गुरु अंगद देव पातशाह दा प्रकाश स्थान। उत्थे प्रकाश होया, वो नगर तबाह हो गया सी। फिर गुरु पातशाह दे परिवार चले गए सन हरी के पत्तन वाल, परे मक्खू जीरा, अगे हरी के पत्तन है। उधर कुछ समा रहे संगर पिंड, उथों फिर खड़ूर साहब आके रहन लगे। गुरु अंगद देव इन्हां दे पिता फेरूमल जी, ते इत्थे ही गुरु अंगद देव जी दा विआह हो गया सी माता खीवी जी नाल। हुण विआह होया, अपना कारोबार करदे, ते इन्हां दे पिता भगती भावना वाले सन। वो हर साल संगत का इकट्ठ लैके संगत नूं जोड़दे सन भगती भावना नाल। यात्रा ते जाउंदे, भगती करदे, नाम जपदे। ते भाई जोध गुरु का प्यारा, एक दिन भाई लहणा जी ने उन्हां तो बाणी सुनी, आसा दी वार अंदर खुब गई। गुरु की बाणी ऐसी है खालसा जीओ, एडी किसी के अंदर खुब जावे ना, वो कदी जाती नहीं। जिहदे अंदर नहीं खुबदी ओहदा जीवन भी नहीं बनता। बाहरों तो बड़े विखावे करदा है, जीवन अंदरला बनता ही गुरबाणी खुबण नाल है। एक भी पंक्ति जिहदे अंदर चली गई ना, बस ਉਹਦਾ बेड़ा पार है। अखो सतनाम। एक गल ध्यान रखिए, हर गुरसिख दे हिरदे विच एक पंक्ति ने ही बेड़ा पार करना है। 1430 अंगां विचों एक पंक्ति गुरसिख दा बेड़ा पार कर देगी। किहड़ी करेगी वो रब ने आपे दस देना है। भाई लहणा जी नूं आसा दी वार बहुत अंदर खुब गई। कहन लगे, प्यारिया ये की पढ़ रहे हैं? वो कहन लगे, जी ये गुरु नानक महाराज की बाणी है, तुर्की बाणी है,
ਭਾਈ ਸਾਹਿਬ ਕਹਿੰਦੇ ਫਿਰ ਸੁਣਾ, ਬੜਾ ਆਨੰਦ ਆ ਰਿਹਾ। ਫਿਰ ਸੁਣਾਤੀ ਉਹਨੇ। ਭਾਈ ਸਾਹਿਬ ਕਹਿੰਦੇ ਭਾਈ ਲਹਿਣਾ ਜੀ ਵੀ ਬਹੁਤ ਕਮਾਲ ਦੀ ਬਾਣੀ ਹੈ। ਕਿੱਥੇ ਹਨ ਗੁਰੂ ਨਾਨਕ ਮਹਾਰਾਜ ਜੀ, ਕਿੱਥੇ ਨਿਵਾਸ ਕਰਦੇ ਹਨ? ਭਾਈ ਜੋਧ ਕਹਿਣ ਲੱਗੇ ਜੀ ਕਰਤਾਰਪੁਰ ਸਾਹਿਬ। ਹੁਣ ਇਸ ਵਾਰੀ ਜਾਣਾ ਤੇ ਕਾਂਗੜੇ ਵਾਲਾ ਹੈ। ਭਾਈ ਲਹਿਣਾ ਜੀ ਨੇ ਸੋਚ ਲਿਆ ਵੀ ਚਲੋ ਦਰਸ਼ਨ ਕਰਨ ਲਈ ਜ਼ਰੂਰ ਜਾਵਾਂਗੇ, ਮਿਲਾਂਗੇ ਤਾਂ ਸਹੀ। ਚਲੋ ਸਮਾਂ ਆਇਆ। ਭਾਈ ਲਹਿਣਾ ਜੀ ਦੇ ਪਿਤਾ ਜੀ ਫੇਰੂਮਲ ਜੀ ਅਕਾਲ ਚਲਾਣਾ ਕਰ ਗਏ ਸਨ। ਇਹ ਆਪ ਜਥੇ ਦੇ ਮੁਖੀ ਬਣੇ, ਜਿਹਨੂੰ ਕਹਿੰਦੇ ਪਿਤਾ ਪੁਰਖੀ ਜਥਾ, ਉਹਦੇ ਮੁਖੀ ਬਣ ਗਏ। ਸੰਗਤ ਦਾ ਇਕੱਠ ਲੈ ਕੇ ਜਾ ਰਹੇ ਹਨ ਕਾਂਗੜੇ ਵੱਲ। ਰਸਤਾ ਥੋੜਾ ਬਦਲਿਆ ਤੇ ਕਰਤਾਰਪੁਰ ਸਾਹਿਬ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਪਿੰਡ ਦੇ ਬਾਹਰ ਸੰਗਤ ਨੂੰ ਆਖਿਆ ਤੁਸੀਂ ਇੱਥੇ ਤਿਆਰੀ ਕਰੋ, ਪੜਾ ਲਾਓ, ਪ੍ਰਸ਼ਾਦਾ ਬਣਾਓ, ਮੈਂ ਥੋੜੀ ਦੇਰ ਤੱਕ ਆਉਣਾ। ਆਪ ਚੜ ਕੇ ਘੋੜੀ ਤੇ ਪਿੰਡ ਵੱਲ ਜਾਣ ਲੱਗੇ। ਰਸਤੇ ਵਿੱਚ ਇੱਕ ਬਜ਼ੁਰਗ ਮਿਲੇ, ਨੂਰਾਨੀ ਚਿਹਰੇ ਵਾਲੇ। ਪੁੱਛਿਆ ਕਿ ਬਾਬਾ ਜੀ ਇੱਥੇ ਨਾਨਕ ਤਪਾ ਜੀ ਦਾ ਟਿਕਾਣਾ ਹੈ, ਉਹਨਾਂ ਦੀ ਧਰਮਸ਼ਾਲਾ ਹੈ, ਉਹ ਕਿੱਥੇ ਰਹਿੰਦੇ ਹਨ? ਉਸ ਬਜ਼ੁਰਗ ਨੂਰਾਨੀ ਚਿਹਰੇ ਵਾਲੇ ਨੇ ਕਹਿਣ ਲੱਗੇ ਆ ਜਾਓ, ਸਾਡੇ ਪਿੱਛੇ ਪਿੱਛੇ ਆ ਜਾਓ। ਘੋੜੀ ਦੀ ਲਗਾਮ ਉਹਨਾਂ ਨੇ ਪਕੜ ਲਈ। ਲਗਾਮ ਉਹਨੂੰ ਕਹਿੰਦੇ ਜਿਹੜੀ ਘੋੜੀ ਦੇ ਮੂੰਹ 'ਚ ਪਾਈ ਜਾਵੇ, ਕੰਡਿਆਲਾ ਪਾ ਕੇ ਉਹਦੀ ਰੱਸੀ ਹੁੰਦੀ ਹੈ, ਜਾਂ ਚਮੜੇ ਦੀ ਖਾਲਸਾ ਜੀ ਲਗਾਮ ਵੀ ਬਣਦੀ ਹੈ। ਉਹਨਾਂ ਨੇ ਹੱਥ 'ਚ ਪਕੜ ਲਈ, ਅੱਗੇ ਤੁਰਦੇ ਰਹੇ। ਜਦੋਂ ਉਹ ਟਿਕਾਣਾ ਆਇਆ, ਗੁਰੂ ਨਾਨਕ ਮਹਾਰਾਜ ਖੁਦ ਸਨ। ਉਹ ਕਹਿਣ ਲੱਗੇ ਪੁਰਖਾ ਇੱਥੇ ਘੋੜੀ ਬੰਨ੍ਹ ਦਿਓ, ਇਹਨੂੰ ਪਾਣੀ ਪੂਣੀ ਪਿਆਓ, ਆਪ ਪੰਜ ਇਸ਼ਨਾਨਾਂ ਕਰਕੇ ਸਾਹਮਣੇ ਕਮਰੇ ਚਲੇ ਜਾਣਾ, ਉੱਥੇ ਮਿਲ ਲਓ ਨਾਨਕ ਤਪਾ ਜੀ ਨੂੰ। ਆਪ ਗੁਰੂ ਨਾਨਕ ਮਹਾਰਾਜ ਅੰਦਰ ਪੰਜ ਇਸ਼ਨਾਨਾਂ ਕਰਕੇ ਉੱਥੇ ਬੈਠ ਗਏ। ਭਾਈ ਲਹਿਣਾ ਜੀ ਨੇ ਘੋੜੀ ਨੂੰ ਪਾਣੀ ਪਿਆਇਆ, ਬੜੇ ਪੱਠੇ ਪਾਏ, ਪਾਣੀ ਦੂਰੋਂ ਆਣਾ, ਪਾਣੀ ਪੈਂਦੇ। ਆਪ ਪੰਜ ਇਸ਼ਨਾਨਾਂ ਕੀਤਾ ਤੇ ਸਾਹਮਣੇ ਕਮਰੇ ਵਿੱਚ ਗਏ। ਕੀ ਵੇਖਣ ਲੱਗੇ? ਉਹੀ ਨੂਰਾਨੀ ਚਿਹਰੇ ਵਾਲੇ, ਉਹੀ ਸ਼ਾਂਤ ਰਸ ਵਾਲੇ ਗੁਰੂ ਨਾਨਕ ਮਹਾਰਾਜ ਸਾਹਮਣੇ ਦਰਸ਼ਨ ਦੇ ਰਹੇ ਨੇ। ਉਹ ਮਨ ਵਿੱਚ ਬੜੀ ਗਿਲਾਨੀ ਆਈ ਕਿ ਮੇਰੇ ਮਨਾ ਪਾਪੀਆ, ਜਿਹੜੇ ਖੁਦ ਪਰਮੇਸ਼ਰ, ਉਹ ਤੇਰੀ ਘੋੜੀ ਦੀ ਲਗਾਮ ਪੜ ਕੇ ਨੌਕਰਾਂ ਵਾਂਗ ਚੱਲ ਕੇ ਆ ਰਹੇ ਸਨ। ਚਰਨਾਂ ਤੇ ਟਹਿ ਪਏ, ਕਹਿਣ ਲੱਗੇ ਰੱਬ ਜੀ, ਪਾਤਸ਼ਾਹ ਜੀ ਮਾਫ ਕਰੋ। ਪਾਤਸ਼ਾਹ ਕਹਿੰਦੇ ਬੇਟਾ ਕੋਈ ਗੱਲ ਨਹੀਂ, ਕੀ ਨਾਂ ਹੈ ਤੇਰਾ? ਲਹਿਣਾ। ਤੇ ਮਹਾਰਾਜ ਜੀ ਨੇ ਪਹਿਲਾ ਅਗੰਮੀ ਬਚਨ ਉਚਾਰਨ ਕੀਤਾ, ਲਹਿਣਾ। ਪਾਤਸ਼ਾਹ ਕਹਿੰਦੇ ਜਿਹਦਾ ਲੈਣਾ ਹੋਵੇ ਨਾ, ਜਿੰਨੇ, ਉਹ ਹਮੇਸ਼ਾ ਚੜ ਕੇ ਆਉਂਦੇ, ਅਮੀਰ ਹੁੰਦੇ ਲੈਣ ਵਾਲੇ। ਲੈਣ ਵਾਲਾ ਹਮੇਸ਼ਾ ਅਮੀਰ ਹੁੰਦਾ ਹੈ। ਉਹ ਘੋੜੀ ਤੇ, ਘੋੜੇ ਤੇ, ਗੱਡੇ ਤੇ, ਅੱਜ ਕੱਲ੍ਹ ਕਾਰ ਤੇ, ਉਹ ਚੜ ਕੇ ਆਉਂਦਾ। ਉਹ ਭਾਈ ਤੁਸੀਂ ਲੈਣਾ ਹੈ, ਅਸੀਂ ਕੁਝ ਤੁਹਾਨੂੰ ਦੇਣਾ ਹੈ। ਪਰ ਇਹ ਬਚਨ ਉਦੋਂ ਨਹੀਂ ਸਮਝ ਆਇਆ ਭਾਈ ਲਹਿਣਾ ਜੀ ਨੂੰ। ਗੁਰੂ ਨਾਨਕ ਪਾਤਸ਼ਾਹ ਦਾ ਅਗੰਮੀ ਬਚਨ ਭਾਈ ਲਹਿਣਾ ਜੀ ਨੂੰ ਉਦੋਂ ਸਮਝ ਨਹੀਂ ਆਇਆ, ਪਰ ਮੱਥਾ ਟੇਕਦਾ, ਚਲੋ ਪਾਤਸ਼ਾਹ ਜੀ ਤੁਹਾਡੀ ਬਖਸ਼ਿਸ਼ ਬਣੀ ਰਵੇ। ਇਹ ਜੋਤ ਦੀ ਦਾਤ ਦੇਣੀ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਭਾਈ ਲਹਿਣਾ ਜੀ ਨੂੰ। ਤੇ ਫਿਰ ਆਖਿਆ ਬੇਟਾ ਜਲ ਪਾਣੀ ਛਕ ਲਓ। ਇੱਧਰ ਮਨ ਵੀ ਸੋਚ ਰਹੇ ਨੇ ਕਿ ਮਹਾਰਾਜ ਇਹ ਕਹਿ ਦੇਣ ਵੀ ਇਹ ਰਾਤ ਮੈਂ ਇੱਥੇ ਹੀ ਰਵਾਂ। ਮਨ ਸੋਚ ਰਹੇ ਜੀ
ਗੁਰੂ ਪਾਤਸ਼ਾਹ ਕਹਿੰਦੇ ਬੇਟਾ ਕੋਈ ਗੱਲ ਨਹੀਂ, ਅੱਜ ਆਰਾਮ ਇੱਥੇ ਆਰਾਮ ਕਰ ਲਓ, ਸਵੇਰੇ ਚਲੇ ਜਾਣਾ। ਹੁਣ ਥੋੜਾ ਜਿਹਾ ਹੋਰ ਵਿਸ਼ਵਾਸ ਵੱਧ ਗਿਆ। ਬੰਦਾ ਕਿਸੇ ਉੱਤੇ ਵਿਸ਼ਵਾਸ ਬਣਾਉਣ ਲਈ ਆਪਣੇ ਮਨ 'ਚ ਕਈ ਵਾਰੀ ਸੋਚਦਾ ਹੈ ਕਿ ਇਹ ਬੰਦਾ ਮੇਰੇ ਲਈ ਇਸ ਤਰ੍ਹਾਂ ਕਰੇ, ਫਿਰ ਮੈਂ ਸਮਝ ਜਾਵਾਂਗਾ ਬੰਦਾ ਪੂਰਾ ਹੈ। 2 ਵਾਰੀ ਵਿਸ਼ਵਾਸ ਵੱਜਿਆ, ਰਾਤ ਨੂੰ ਉੱਥੇ ਰਹੇ ਤੇ ਨੀਂਦ ਨਾ ਆਵੇ ਉਪਰੀ ਥਾਂ ਤੇ, ਉਹੀ ਤੜਪ ਜਾਗਦੀ ਰਹੀ ਕਿ ਕਦੋਂ ਸਵੇਰ ਹੋਵੇ, ਫਿਰ ਦਰਸ਼ਨ ਕਰਾਂ। ਰਾਤ ਨੂੰ ਲਗਭਗ 12, 12:30, 1 ਵਜੇ ਦਾ ਸਮਾਂ, ਸਾਰੇ ਪਾਸੇ ਸੁੰਨਸਾਨ ਹੈ। ਪਿੰਡ ਹੈ, ਅੱਜ ਕੱਲ੍ਹ ਵਾਂਗ ਬਹੁਤੀਆਂ ਗੱਡੀਆਂ ਨਹੀਂ, ਆਵਾਜਾਈ ਨਹੀਂ, ਸੁੰਨਸਾਨ। ਝਾੜੂ ਮਾਰਨ ਦੀ ਆਵਾਜ਼ ਆ ਰਹੀ ਹੈ। ਉੱਠ ਕੇ ਬਾਹਰ ਆਏ, ਕੀ ਵੇਖਣ ਲੱਗੇ? ਕੋਈ ਝਾੜੂ ਮਾਰਦਾ ਪਿਆ, ਨੌਜਵਾਨ ਇਸਤਰੀ ਬੀਬੀ ਝਾੜੂ ਮਾਰ ਰਹੀ ਹੈ। ਨੇੜੇ ਚਲੇ ਗਏ, ਨੀ ਭੈਣਾ ਅੱਧੀ ਰਾਤ ਨੂੰ ਝਾੜੂ? ਸਿਆਣੇ ਤਾਂ ਕਹਿੰਦੇ ਰਾਤ ਨੂੰ ਝਾੜੂ ਮਾਰੀਦਾ ਨਹੀਂ, ਤੂੰ ਤਾਂ ਅੱਧੀ ਰਾਤ ਨੂੰ ਝਾੜੂ ਮਾਰਦੀ ਪਈ ਹੈ। ਉਹ ਕਹਿਣ ਲੱਗੀ ਹਾਂ, ਮੈਂ ਰੋਜ਼ ਝਾੜੂ ਮਾਰਦੀ ਹਾਂ ਅੱਧੀ ਰਾਤ ਨੂੰ ਇੱਥੇ ਆ ਕੇ। ਕੌਣ ਹੈ ਤੂੰ, ਕਿੱਥੋਂ ਆਉਂਦੀ ਹੈ? ਉਹ ਕਹਿਣ ਲੱਗੇ ਤੂੰ ਪਛਾਣਿਆ ਨਹੀਂ? ਇਹ ਕਹਿਣ ਲੱਗੇ ਨਾ, ਮੈਂ ਉਹੀ ਦੇਵੀ ਹਾਂ ਜਿਹਨੂੰ ਦੁਨੀਆ ਸ਼ਕਤੀ ਕਰਕੇ ਪੂਜਦੀ ਹੈ। ਕੌਣ? ਉਹ ਕਾਂਗੜੇ ਦੀ ਦੇਵੀ ਜਿਹਨੂੰ ਦੁਨੀਆ ਪੂਜਦੀ ਹੈ। ਇੱਥੇ ਕੀ ਕਰਦੀ ਪਈ ਹੈ? ਇਹਨਾਂ ਦੇ ਦਰ ਤੋਂ ਝਾੜੂ ਮਾਰ ਕੇ, ਬਖਸ਼ਿਸ਼ਾਂ ਲੈ ਕੇ, ਰਿੱਧੀਆਂ ਸਿੱਧੀਆਂ ਲੈ ਕੇ ਮੈਂ ਦੁਨੀਆ ਨੂੰ ਵੰਡਦੀ ਹਾਂ ਕਿ ਦੁਨੀਆ ਮੇਰੀ ਪੂਜਾ ਕਰੇ। ਬਸ ਦੁਨੀਆ ਨੂੰ ਕੀ ਚਾਹੀਦਾ? ਚਾਹੀਦਾ ਰਿੱਧੀਆਂ ਸਿੱਧੀਆਂ, ਸੁਖ ਸ਼ਾਂਤੀ, ਬਸ ਹੋਰ ਕੁਝ ਨਹੀਂ ਚਾਹੀਦਾ ਦੁਨੀਆ ਨੂੰ। ਧਿਆਨ ਰੱਖਣਾ, 99% ਦੁਨੀਆ ਨੂੰ ਇਹੀ ਚਾਹੀਦਾ ਹੈ, ਹੋਰ ਕੁਝ ਨਹੀਂ ਚਾਹੀਦਾ। ਬਸ ਪਬਲਿਸਿਟੀ, ਰਿੱਧੀਆਂ ਸਿੱਧੀਆਂ ਤੇ ਮਾਇਆ, ਸੁਖ ਸ਼ਾਂਤੀ, ਬਸ। ਆਤਮ ਰਸ ਕਿਸੇ ਨੂੰ ਨਹੀਂ ਚਾਹੀਦਾ। ਭਾਈ ਲਹਿਣਾ ਜੀ ਸੋਚਣ ਲੱਗੇ ਵੀ ਜਿਹੜੀ ਇੱਥੇ ਝਾੜੂ ਮਾਰ ਕੇ ਰਿੱਧੀਆਂ ਸਿੱਧੀਆਂ ਲੈ ਜਾਂਦੀ ਹੈ, ਝਾੜੂ ਵਿੱਚ ਇਹ ਕਲਾ ਹੈ, ਗੰਦਗੀ ਵਿੱਚ ਇਹ ਕਲੀ ਹੈ, ਕੂੜੇ ਕਰਕਟ ਵਿੱਚ ਐਸੀ ਬਖਸ਼ਿਸ਼ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਕਿਤਨੀ ਬਖਸ਼ਿਸ਼ ਹੋਵੇਗੀ। ਹੁਣ ਇੱਥੇ ਸੋਚੀਏ, ਜਿਹੜੇ ਅਸੀਂ ਭਜਦੇ ਆ ਨਾ ਇੱਧਰ ਉੱਧਰ, ਸਾਡੇ ਟਿਕਾਣੇ ਕਿੰਨੇ? 50 ਟਿਕਾਣੇ ਸਾਡੇ ਹੋਣਗੇ, ਕਦੀ ਇੱਧਰ ਜਾਣਾ, ਕਦੀ ਉੱਧਰ। ਇੱਕ ਦਰ ਗੁਰੂ ਨਾਨਕ ਪਾਤਸ਼ਾਹ ਦਾ ਹੈ ਬਸ। ਬਾਣੀ ਦਾ ਦਰ, ਨਾਮ ਦਾ ਦਰ, ਇੱਕੋ ਹੀ ਰੂਪ ਹੈ ਸਾਰਾ। ਗੁਰੂ ਨਾਨਕ ਮਹਾਰਾਜ ਬਾਣੀ ਹਨ, ਉਹੀ ਨਾਮ ਹਨ, ਉਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਨ, ਇੱਕੋ ਹੀ ਸਰੂਪ ਹਨ। ਭਾਈ ਲਹਿਣਾ ਜੀ ਨੇ ਸੋਚ ਲਿਆ ਵੀ ਅੱਜ ਤੋਂ ਬਾਅਦ ਤੇਰੇ ਕੋਲ ਨਹੀਂ ਆਣਾ, ਤੂੰ ਆਪਣਾ ਕੰਮ ਕਰ। ਹੁਣ ਮੈਨੂੰ ਥਾਂ ਟਿਕਾਣਾ ਮਿਲ ਗਿਆ ਹੈ ਬਸ। ਚਲੋ ਭਾਈ ਸਾਹਿਬ ਇਸ ਤਰ੍ਹਾਂ ਕਰਦੇ ਕਰਦੇ ਅੰਮ੍ਰਿਤ ਵੇਲਾ ਹੋ ਗਿਆ ਤੇ ਸਾਰੇ ਜਾਗਣਾ ਸ਼ੁਰੂ ਹੋ ਗਏ ਵਾਰੀ ਵਾਰੀ। ਉਹ ਅਲੋਪ ਹੋ ਗਈ, ਇਹ ਸ਼ਕਤੀਆਂ ਅਲੋਪ ਹੋ ਜਾਂਦੀ ਖਾਲਸਾ ਜੀ। ਦੂਜੀ ਗੱਲ, ਇਹ ਸ਼ਕਤੀ ਦਿਖਦੀ ਵੀ ਉਸ ਨੂੰ ਹੈ ਜਿਸ ਤੇ ਬਖਸ਼ਿਸ਼ ਕਰਨੀ ਹੋਵੇ। ਤੀਜੀ ਗੱਲ, ਆਪ ਬੰਦਾ ਡਰ ਜਾਂਦਾ ਹੈ, ਆਪ ਬੰਦਾ ਡਰ ਜਾਂਦਾ ਵੀ ਕੌਣ ਸ਼ਕਤੀ ਆ ਗਈ। ਪਰ ਜਿਹਨੇ ਇਹਨੂੰ ਸਾਹਮਣਾ ਹੋਵੇ ਨਾ, ਉਹਨੂੰ ਰੱਬ ਆਪ ਉਦਮ ਦੇ ਦਿੰਦਾ ਹੈ ਖਾਲਸਾ ਜੀ। ਇਹ ਐਸੀ ਹੈ ਖਾਲਸਾ ਜੀ, ਕਰਾਮਾਤਾਂ ਸ਼ਕਤੀਆਂ ਹੁੰਦੀਆਂ, ਆਪ ਬੰਦਾ ਤੇ ਘਬਰਾ ਜਾਂਦਾ ਹੈ। ਉਹ ਅੱਧੀ ਰਾਤ ਨੂੰ ਬਾਹਰ ਨਹੀਂ ਆਉਂਦਾ ਵੀ ਝਾੜੂ ਦੀ ਆਵਾਜ਼, ਭੂਤ ਨਾ ਆ ਗਿਆ ਹੋਵੇ ਕੋਈ। ਪਰ ਜਿਹਨੂੰ ਰੱਬ ਆਪ ਉਦਮ ਦਵੇ, ਬਖਸ਼ਿਸ਼ ਕਰੇ, ਉਹ ਖਾਲਸਾ ਜੀ ਸਭ ਨੂੰ ਸਮਝ ਆਉਂਦਾ ਹੈ। ਭਾਈ ਲਹਿਣਾ ਜੀ ਇਸ਼ਨਾਨ ਕੀਤਾ, ਮਨ 'ਚ ਫਿਰ ਵਿਚਾਰ ਆ ਗਿਆ। ਹੁਣ ਅਖੀਰਲਾ ਸੰਕਲਪ ਹੈ ਗੁਰੂ ਪਾਤਸ਼ਾਹ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ, ਜੇ ਮਹਾਰਾਜ ਕਹਿ ਦੇਣ ਵੀ ਹੁਣ ਪੁਰਖਾ ਘਰ ਜਾਓ,
घर जाके दस के आ जाओ, फिर समझांगा पूरे गुरु हन। फिर परख, फिर गुरु दी परख, गुरु पातशाह परख विच पूरे उतरन वाले। हुण महाराज दिन चढ़िया, संगत आनी शुरू हो गई। मत्था टेकिया इन्हां ने, कहन लगे पुरखा हुण तुसीं घर जाओ, घर जाके दस के फिर आ जाओ। ਉਹੀ ਗੱਲ जो सोची सी मन विच ਉਹ गुरु नानक पातशाह ने कह दी। बस मत्था टेकिया, हुण दिल जुड़ गया, मन जुड़ गया गुरु पातशाह के चरणों नाल। वापस चढ़ के घोड़ी ते बाहर गए। इन्हां दी संगत उड़ीक कर रही थी भी चलो साडे मुखी आउणगे, असीं कांगड़े वल जाणगे। भाई लहणा जी पहुंचे उन्हां कोल, कहंदे भाई सारियां नूं मेरे वल्लों राम सलाम। तुसीं सारे हुण अगे कांगड़े वल जाओ, तुहाडा जथेदार फलाना बंदा होवेगा, बस मैं हुण इत्थे ही रहना है, मैं वापस घर जाके फिर इत्थे आवांगा। वो सारे पुछण भी गल की बनी, पर दस्से ना किसी नूं। चलो वो अगे तुर गए, भाई लहणा जी वापस आ गए। घर वाले पुछण लगे तुसीं तां गए सी उत्थे? ये कहण लगे बस हुण नहीं जाना। रात नूं आराम करन लगे, पर नींद ना आवे, तड़प है कदों सवेर होवे, कदों जावां गुरु नानक महाराज वल। चलो मसे मसे सवेर हुई, इशनान करके तैयार बर तैयार होके एक लून का डला होंदा है जिन्होंने कहते पाकिस्तानी नमक, अजकल भी जिन्होंने सिंधा नमक कहते कई आप, वो लून का डला लैके ना पंड लैके पंड बना ली ओदी। तो इन्हें भतीजा सी एक, उन्होंने कहणगे बेटा चुकाई इनू। वो कहन लगा चाचा जी मैं चुक देना, तुसीं क्यों चुकदे हो, नौकर बड़े हैं। वो कहंदे कि नहीं अज मैं ही चुकनी। लूण दी पंड चुकाई, चुक के सीस ते रखी, कपड़े नवे पा के तुर पे। चलते चलते समा थोड़ा जा आराम भी किया, रस्ते विच पिंडा तय करते करते पहुंच गए करतारपुर साहब, जिथे वो धर्मशाल है। गुरु नानक पातशाह अजे धर्मशाल च नहीं सन, माता सुलखणी जी सन। पूछया माता जी गुरु पातशाह किथे हैं? वो कहन लगे बेटा पिछे खेतों में कामिया तो काम करा रहे हैं, तुसी बैठो हुणे आ जाणगे। उदों इन्हां दी उम्र 27 साल दी सी। अखो सतनाम, 27 साल उदों उम्र सी, लगभग 27 साल गुरु अंगद देव जी दी। नौजवान चढ़दी जवानी, पूरे तैयार बर तैयार, विआह हो गया सी, बच्चे हो गए सी खालसा, क्योंकि उदों विआह छेती हो जाते सन। 2 बच्चे भी हो गए, 2 बेटियां ते खालसा जी 2 बेटे। ते आप तैयार बर तैयार, पास 27 साल उम्र बहुत है। ते लूण का डला उत्थे रख के पिछे खेतों में चले गए। जो उत्थे गए, गुरु नानक महाराज कामिया तो नदीन बाहर कढ़ा रहे सन। खेतों की गंदगी होंदी, जब खास फसलों तो कोई आम बूटी पैदा हो जाए उन्होंने कहते नदीन कहते हैं, वो बाहर कढ़ा रहे सन। ओदी पंड बननी सी अजे, तो जाके ने आख्या महाराज मत्था टिकदा हाँ। पातशाह कहते बेटा आ गए हो? कहते हाँ जी। ये फड़ो खुरपी, इथों नदीन बाहर कड्डो। हुण पहली परख उत्थे आउण लगी। खुरपी फड़ाई, नदीन बाहर कड्ढण लगे, थोड़ा जा काम कीता। पातशाह ने पहला झटका मारिया, झटका कहते मन ते सट मारी, वो तैनूं नहीं काम आंदा, छड्ड इहनूं। ये परख हुंदी महापुरखां दी। जे खालसा जी उत्थे कहंदे जी मैं ठीक काम कर रहा, ते परख चो पहला ही फेल सी। सत बचन जी इस तरह कर, ये सारी नदीन दा इहदी पंड बन लै ते चुक लै सिर ते। वो पंड बन के सीस ते चुक लई। सीस ते चुक के खालसा जी निचड़दी हुई वो पंड कपड़े
ਕੱਪੜੇ ਲਿਬੜ ਗਏ, ਧਰਮਸ਼ਾਲ ਵਿੱਚ ਲੈ ਕੇ ਆ ਗਏ। ਮਾਤਾ ਸੁਲੱਖਣੀ ਜੀ ਬੜੇ ਗੁੱਸੇ ਵਿੱਚ ਵੀ ਹੁਣੇ ਹੁਣੇ ਪੁਰਖ ਆਇਆ ਹੈ, ਇਹਦੇ ਕੱਪੜੇ ਵੀ ਗੰਦੇ ਕਰਦੇ। ਗੁਰੂ ਨਾਨਕ ਮਹਾਰਾਜ ਪਿੱਛੇ ਪਿੱਛੇ ਆ ਗਏ। ਮਾਤਾ ਜੀ ਕਹਿਣ ਲੱਗੇ, ਪਾਤਸ਼ਾਹ ਜੀ ਇਹ ਕੀ ਕੀਤਾ ਤੁਸੀਂ? ਇਹਦੇ ਸਾਰੇ ਕੱਪੜੇ ਗੰਦੇ ਕਰਤੇ, ਦੇਖੋ ਕਿਵੇਂ ਨਿਚੜ ਰਿਹਾ ਪਾਣੀ, ਗੰਦਾ ਪਾਣੀ ਨਿਚੜ ਰਿਹਾ ਹੈ। ਤੇ ਪਾਤਸ਼ਾਹ ਕਹਿੰਦੇ, ਸੁਲੱਖਣੀ ਕੀ ਵੇਖਦੀ ਹੈ? ਇਹ ਸੀਸ ਤੇ ਪੰਡ ਨਹੀਂ, ਇਹਦੇ ਸੀਸ ਤੇ ਜਗਤ ਦਾ ਤਾਜ ਹੈ। ਇਹਦੇ ਕੱਪੜੇ ਗੰਦੇ ਨਹੀਂ, ਕੱਪੜਿਆਂ ਤੇ ਅਤਰ ਕੇਸਰ ਲੱਗਿਆ ਹੋਇਆ ਹੈ। ਇੱਥੋਂ ਪਾਤਸ਼ਾਹ ਨੇ ਖਾਲਸਾ ਬਖਸ਼ਾਂ ਸ਼ੁਰੂ ਕੀਤੀਆਂ ਤੇ ਲਗਭਗ 7-8 ਸਾਲ ਸੇਵਾ ਕਰਵਾ ਕੇ ਤੇ ਅੱਜ ਦੇ ਦਿਹਾੜੇ ਮਹਾਰਾਜ ਹੁਣ ਗੁਰਤਾ ਗੱਦੀ ਦੇਣ ਲੱਗੇ। ਖਾਲਸਾ ਜੀ 7-8 ਸਾਲ ਸੇਵਾ ਹੋਈ। ਸਨ 1539 ਈਸਵੀ ਨੂੰ ਅੱਜ ਦਾ ਦਿਹਾੜਾ ਆ ਗਿਆ। ਖਾਲਸਾ ਜੀ ਪਾਤਸ਼ਾਹ ਨੇ ਪਹਿਲੇ ਬੜੇ ਬੜੇ ਪਰਖਾਂ ਕੀਤੀਆਂ, ਕਸੌਟੀਆਂ ਲਾਈਆਂ। ਕਸੌਟੀ ਇੱਥੇ ਤੱਕ ਲਾਤੀ, ਪਾਤਸ਼ਾਹ ਨੇ ਸਾਰੇ ਭਜਾ ਛੱਡੇ। ਧਾਨਕ ਰੂਪ ਰਹਾ ਕਰਤਾਰ, ਧਾਨਕ ਰੂਪ ਬਣਾ ਕੇ ਖਾਲਸਾ ਜੀ ਸਾਰੇ ਭੱਜ ਗਏ, ਕੋਈ ਨਾ ਨੇੜੇ ਲੱਗਿਆ। ਬੁੱਢਾ ਸਾਹਿਬ ਜੀ, ਭਾਈ ਮਨਸੁਖ ਜੀ, ਭਾਈ ਸਧਾਰਨ ਜੀ ਤੇ ਭਾਈ ਲਹਿਣਾ ਜੀ ਵਰਗੇ ਕੁਝ ਖਾਸ ਰਹਿ ਗਏ ਸਨ। ਅਖੀਰਲੀ ਪ੍ਰੀਖਿਆ ਹੁਣ ਕੀ ਹੈ? ਰਾਵੀ ਦੇ ਕੰਢੇ ਤੇ ਪਹੁੰਚ ਗਏ, ਕੋਈ ਨੇੜੇ ਨਹੀਂ ਹੈ, ਇਹ 4-5 ਨੇੜੇ ਨੇ। ਤੇ ਪਾਤਸ਼ਾਹ ਜਿਹੜਾ ਵੀ ਆਵੇ ਨਾ ਡੰਡੇ ਮਾਰੀ ਜਾਣ। ਸਾਰੇ ਲੁਕ ਗਏ ਇੱਧਰ ਉੱਧਰ। ਲਹਿਣਾ ਜੀ ਮਗਰ ਜਾ ਰਹੇ। ਰਾਵੀ ਦੇ ਕਿਨਾਰੇ ਤੇ ਖਾਲਸਾ ਜੀ ਹੁਣ ਰੱਬ ਨੇ ਉੱਥੇ ਆਪਣੀ ਮਾਇਆ ਵਰਤਾਈ। ਇੱਕ ਮੁਰਦਾ ਪਿਆ, ਕਫਨ ਵਿੱਚ ਲਪੇਟਿਆ ਹੋਇਆ। ਹੁਣ ਕਈਆਂ ਦੇ ਮਨ ਵਿੱਚ ਸ਼ੰਕਾ ਆਵੇਗਾ ਵੀ ਉੱਥੇ ਮੁਰਦਾ ਕਿਵੇਂ ਆ ਗਿਆ ਜੀ? ਬੜੇ ਕਿੰਤੂ ਕਰਨ ਵਾਲੇ, ਮੁਰਦਾ ਉੱਥੇ ਕਿਵੇਂ ਆ ਗਿਆ ਜੀ? ਗੁਰੂ ਪਾਤਸ਼ਾਹ ਨੇ ਆਪਣੀ ਬਖਸ਼ਿਸ਼ ਦੁਆਰਾ ਆਪਣੀ ਮਾਇਆ ਵਰਤਾਈ ਪਰਖ ਕਰਨ ਲਈ। ਪਾਤਸ਼ਾਹ ਕਹਿੰਦੇ, ਲੈਣੇ ਤੂੰ ਨਹੀਂ ਜਾਣਾ? ਕਹਿਣ ਲੱਗੇ, ਨਾ ਮਹਾਰਾਜ ਨਹੀਂ ਜਾਣਾ। ਕਿੱਥੇ ਜਾਵਾਂ ਪਾਤਸ਼ਾਹ? ਜਿੱਥੇ ਜਾਣਾ ਜਾ, ਆਪਣੇ ਘਰ ਜਾ। ਗੁਰੂ ਅੰਗਦ ਦੇਵ ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਕਿੱਥੇ ਜਾਵਾਂ? ਤੁਧਨੋਂ ਛੋੜ ਪ੍ਰਭ ਜਾਈਐ ਕਹਿ ਧਰ, ਆ ਨਾ ਬੀਆ ਤੇਰੀ ਸੰਸਰ। ਕਿਸ ਹੀ ਕੋਈ ਕੋਏ ਮੰਝ ਨਿਵਾਣੀ, ਇੱਕ ਤੂੰ। ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਮੇਰੇ ਵਰਗੀ ਨਿਮਾਣੀ ਲਈ ਪਾਤਸ਼ਾਹ ਤੁਸੀਂ ਹੋ। ਨਹੀਂ ਜਾਣਾ? ਫਿਰ ਮੁਰਦਾ ਖਾ। ਇੱਥੋਂ ਸਭ ਤੋਂ ਔਖੀ ਘਾਟੀ ਹੈ, ਮੁਰਦਾ ਖਾ। ਹੁਣ ਇਹ ਹੁਕਮ ਮੰਨਣਾ ਸੀ। ਨੇੜੇ ਚਲੇ ਗਏ। ਸਤ ਬਚਨ, ਮਹਾਰਾਜ ਕਿੱਥੋਂ ਖਾਵਾਂ? ਸਿਰ ਤੋਂ ਕਿ ਪੈਰਾਂ ਤੋਂ? ਕਿੱਥੋਂ ਸ਼ੁਰੂ ਕਰਾਂ? ਵਿੱਚੋਂ ਖਾਓ। ਵਿੱਚੋਂ ਕੱਪੜਾ ਪਾੜਿਆ, ਬਸ ਹੈ ਤਾਂ ਬਖਸ਼ਿਸ਼ ਸੀ, ਉਹਦਾ ਕਲਾ ਸੀ ਪਾਤਸ਼ਾਹ ਦੀ। ਨਜ਼ਰ ਆਈ ਕੜਾਹ ਪ੍ਰਸ਼ਾਦ ਦੀ ਦੇਗ। ਕਹਿੰਦੇ, ਬੇਟਾ ਬਸ ਕਰ, ਆ ਜਾ ਹੁਣ ਇੱਧਰ। ਉਹ ਅਲੋਪ ਕਰਤੀ ਆਪਣੀ ਬਖਸ਼ਿਸ਼ ਨਾਲ। ਉਹਦਾ ਬਖਸ਼ਿਸ਼ ਦੇਣੀ ਸੀ ਪਾਤਸ਼ਾਹ ਨੇ। ਗਲਵਕੜੀ ਪਾ ਲਈ। ਕਹਿੰਦੇ, ਬੇਟਾ ਸ਼ਾਬਾਸ਼। ਅੱਜ ਇਤਨੇ ਸਿੱਖਾਂ ਵਿੱਚੋਂ ਇੱਕ ਬੰਦਾ ਪਰਖਿਆ ਗਿਆ ਹੈ। ਉਦੋਂ ਵੀ ਪਾਤਸ਼ਾਹ ਦੇ ਕੋਲ 24 ਹਜ਼ਾਰ ਸੰਗਤ ਆਉਂਦੀ ਸੀ। ਇਹਨਾਂ ਵਿੱਚੋਂ ਇੱਕੋ ਪਰਖਿਆ ਗਿਆ, ਭਾਈ ਲਹਿਣਾ ਜੀ। ਕਹਿੰਦੇ, ਸ਼ਾਬਾਸ਼। ਗਲਵਕੜੀ ਪਾਈ, ਅੰਗ ਸੇ ਲਗਾ ਕਰ ਅੰਗਦ ਕਰ ਦਿਆ। ਅੰਗ ਨਾਲ ਜੋੜਿਆ, ਆਪਣੀ ਜੋਤ ਬਣਾ ਲਈ। ਖਾਲਸਾ ਜੀ ਲੈ ਗਏ ਧਰਮਸ਼ਾਲ ਵਿੱਚ। ਬੁੱਢਾ ਸਾਹਿਬ ਵੀ ਨੇੜੇ ਆ ਗਏ। ਹੁਣ ਸਾਰੇ ਇਕੱਠੇ ਹੋ ਗਏ। ਭਾਈ ਮਨਸੁਖ ਵੀ, ਭਾਈ ਭਗੀਰਥ ਵੀ, ਭਾਈ ਸਧਾਰਨ ਵੀ, ਭਾਈ ਜੋਧ ਵੀ, ਸਾਰੇ ਆ ਗਏ। ਤੇ ਅੱਜ ਦਾ ਦਿਹਾੜਾ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ
ਉੱਥੇ ਗੁਰਤਾ ਗਦੀ ਦਾ ਤਿਲਕ ਲਗਾਉਣ ਲੱਗੇ। ਲਹਿਣੇ ਦੀ ਫੇਰ ਆਈ ਐ, ਨਾਨਕਾ ਦੋਹੀ ਖੱਟੀ ਐ। ਹੁਣ ਪਾਤਸ਼ਾਹ ਨੇ ਖਾਲਸਾ ਜੀਓ ਆਪਣੀ ਜੋਤ ਉਹਨਾਂ ਅੰਦਰ ਟਿਕਾਣੀ ਹੈ। ਜੋਤ ਉਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀ ਹੈ। ਜੋਤ ਉਹੀ। ਇੱਥੇ ਸਭ ਤੋਂ ਜ਼ਿਆਦਾ ਭੁਲੇਖਾ ਪੈਂਦਾ ਲੋਕਾਂ ਨੂੰ। ਸਰੀਰ ਬਦਲ ਰਹੇ, ਜੋਤ ਉਹੀ ਰੱਬ ਵਾਲੀ ਹੈ। ਜੋਤ ਉਹਾ ਜੁਗਤੀ ਕਹਿੰਦੇ ਮਰਿਆਦਾ, ਜੋ ਮਰਿਆਦਾ ਸੀ ਨਾਮ ਜਪਣ ਦੀ, ਜਪਾਣ ਦੀ, ਸੇਵਾ ਕਰਨ ਦੀ, ਕਰਾਉਣ ਦੀ, ਉਹੀ ਰਹੀ। ਕੇਵਲ ਸਰੀਰ ਬਦਲਿਆ। ਸਰੀਰ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਪਾਤਸ਼ਾਹ ਕਹਿੰਦੇ ਬੁੱਢਾ ਸਾਹਿਬ ਜੀ ਤਿਲਕ ਲਗਾਓ ਗੁਰਿਆਈ ਦਾ ਇਹਨਾਂ ਦੇ ਮੱਥੇ ਉੱਤੇ। ਤਿਲਕ ਲਗਾਇਆ ਗਿਆ। 5 ਪੈਸੇ ਨਾਰੀ ਰੱਖ ਕੇ ਮਹਾਰਾਜ ਨੇ ਪ੍ਰਕਰਮਾ ਕੀਤੀਆਂ ਤੇ ਮੱਥਾ ਟੇਕਣ ਲੱਗੇ। ਅੱਜ ਪਹਿਲੀ ਵਾਰੀ ਦੁਨੀਆ ਵਿੱਚ ਇਹ ਇਤਿਹਾਸ ਰਚਿਆ ਜਾ ਰਿਹਾ ਸੀ। ਕਦੀ ਵੀ ਕਿਸੇ ਚੇਲੇ ਦੇ ਚਰਨਾਂ ਵਿੱਚ ਕਿਸੇ ਗੁਰੂ ਨੇ ਮੱਥਾ ਨਹੀਂ ਟੇਕਿਆ। ਵੱਡੇ ਵੱਡੇ ਪਹਿਲਾਂ ਵੀ ਬੈਰਾਗੀ ਹੋਏ, ਸੰਨਿਆਸੀ ਹੋਏ, ਜੋਗੀ ਹੋਏ, ਗੁਰੂ ਅਵਤਾਰ ਹੋਏ, ਪਹਿਲਾਂ ਵੀ ਹੋਏ, ਪਰ ਕਿਸੇ ਨੇ ਆਪਣੇ ਚੇਲੇ ਦੇ ਚਰਨਾਂ 'ਚ ਮੱਥਾ ਨਹੀਂ ਟੇਕਿਆ। ਖਾਲਸਾ ਜੀ ਅੱਜ ਪਹਿਲੀ ਵਾਰੀ ਹੋਣ ਲੱਗਾ। ਉਲਟੀ ਗੰਗ ਵਹਾਈਓਨ ਦੁनियाई आखे कि क्यों की करता जी ते गंगा उल्टी वहाती। गंगा दा पानी आउंदा है निवाण नू, पानी चला है निवाण नू। भाई गुरदास जी फरमान कर दे, पर गंगा पहाड़ां वल जावे ये कदी किसी ने वेखी नहीं होनी। भाव कहण दा गुरु नानक बादशाह ने अज पहली वारी अपने सेवक दे चरणों उत्ते मत्था टेकिया। चुके महाराज एक गुरु सेवक के चरणों से मत्था टेक रहे हैं। ते गुरु नानक पातशाह के गुरु कौन? गुरु अंगद देव पातशाह। जो मत्था टेकिया गुरु अंगद देव पातशाह के मुख तो वचन आया, जिस शरीर नू गुरु पातशाह मत्था टेक रहे इनू कोड़ हो जावे। पातशाह ने अंगूठा फड़े, ना पुरखा हुण ना बोली। उथों खालसा जी रोग शुरू हो गया सी पैर दे अंगूठे तो। लगभग 12 साल वो रोग रहा। वो गुरु की याद रही। खालसा रोग नहीं सी, ए पे दात तेरी दातार, ये दात सी खालसा जी। वो दात लैके खालसा जी अज दे दिहाड़े वो दात मिली। दात जोत खसमै वडियाई, कसम की बख्शिश लैके गुरु अंगद देव पातशाह नूं निवाजिया गया। खालसा जी अज दा दिहाड़ा है। धन गुरु अंगद देव पातशाह अमै दिष्ट शुभ करे, हरै अग पाप सकल मल। काम क्रोध अदलो मोह बस करे, सबै बल। सदा सुख मन वसै, दुख संसार खोवै। गुर नव नित दरियाओ, जन्म हम कालख तोवै। सो कहो टल गुर सेवियै, एहने सह सुभाए। दर्शन परस्य गुरु कै, जन्म मरण दुख जाए। धन गुरु अंगद देव पातशाह जिन्हां ने दर्शन परशन करन नाल सब दे दुख दूर होंदे हन। ऐसे गुरु पातशाह दे गुरियाई दिवस दियां आप संगतां नूं बहुत बहुत ਵਧਾਈਆਂ ਹੋਣ। गुरु की जोत इन्हां दे हिरदे च प्रवेश कर गई। खालसा जी गुरियाई गुरु की जोत आ गई।